ਪਤਨੀ ਦੀਆਂ ਇਹ ਗੱਲਾਂ ਚੁੱਪਚਾਪ ਕਰਕੇ ਮੰਨ ਲੈਣਾ, ਕਦੇ ਗਰੀਬ ਨਹੀਂ ਹੋਵੋਗੇ। ਪੁਰਾਣੇ ਸਮੇਂ ਦੀ ਗੱਲ ਹੈ। ਕਿਸੇ ਰਾਜਾ ਦੇ ਰਾਜ ਵਿੱਚ ਨਗਰ ਦੇ ਬਾਹਰ ਇੱਕ ਕਸਾਈ ਰਹਿੰਦਾ ਸੀ ਤੇ ਉੱਥੇ ਉਸਦਾ ਬੁੱਚੜਖਾਨਾ ਸੀ। ਉਹ ਰੋਜ਼ਾਨਾ ਜਾਨਵਰਾਂ ਨੂੰ ਕੱਟ ਕੇ ਉਹਨਾਂ ਦਾ ਮਾਸ ਬਾਜ਼ਾਰ ਵਿੱਚ ਵੇਚਿਆ ਕਰਦਾ ਸੀ। ਕਸਾਈ ਦੇ ਬੁੱਚੜਖਾਨੇ ਦੇ ਬਾਹਰ ਇੱਕ ਦਰਖਤ ਸੀ ਜਿਸ ਤੇ ਇੱਕ ਗਿੱਧ ਤੇ ਉਸਦੀ ਪਤਨੀ ਰਹਿੰਦੇ ਸਨ। ਉੱਥੇ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਗੁਜ਼ਾਰਾ ਹੋ ਰਿਹਾ ਸੀ। ਉਹਨਾਂ ਨੂੰ ਉੱਥੇ ਆਪਣਾ ਢਿੱਡ ਭਰਨ ਲਈ ਭੋਜਨ ਆਸਾਨੀ ਨਾਲ ਮਿਲ ਜਾਂਦਾ ਸੀ। ਗਿੱਧ ਤੇ ਉਸਦੀ ਪਤਨੀ ਕਦੇ ਉਸ ਜਗ੍ਹਾ ਨੂੰ ਛੱਡ ਕੇ ਕਿਸੇ ਦੂਜੀ ਜਗ੍ਹਾ ਤੇ ਨਹੀਂ ਜਾਂਦੇ ਸੀ। ਇੱਕ ਦਿਨ ਗਿੱਧ ਦੀ ਪਤਨੀ ਕਹਿੰਦੀ ਹੈ, ਹੇ ਸੁਆਮੀ, ਅੱਜ ਠੰਡ ਬਹੁਤ ਪੈ ਰਹੀ ਹੈ। ਰਾਤ ਕੱਟਣਾ ਬੜਾ ਮੁਸ਼ਕਿਲ ਹੋ ਰਿਹਾ ਹੈ। ਕੋਈ ਇਸ ਤਰ੍ਹਾਂ ਦੀ ਕਹਾਣੀ ਸੁਣਾਓ ਜਿਸ ਨਾਲ ਮੈਨੂੰ ਕੁਝ ਗਿਆਨ ਮਿਲੇ ਤੇ ਸਾਡੀ ਰਾਤ ਆਰਾਮ ਨਾਲ ਕੱਟ ਜਾਵੇ। ਆਪਣੀ ਪਤਨੀ ਦੀ ਇਹ ਗੱਲ ਸੁਣ ਗਿੱਧ ਕਹਿੰਦਾ ਹੈ, ਮੈਂ ਅੱਜ ਤੈਨੂੰ ਅੱਖੀਂ ਦੇਖੀ ਇੱਕ ਇਹੋ ਜਿਹੀ ਕਹਾਣੀ ਸੁਣਾਉਂਦਾ ਹਾਂ ਜੋ ਬਹੁਤ ਹੀ ਗਿਆਨਦਾਇਕ ਤੇ ਬਹੁਤ ਹੀ ਪ੍ਰੇਰਨਾਦਾਇਕ ਹੈ। ਇਸ ਕਹਾਣੀ 'ਚ ਦੱਸੀਆਂ ਗਈਆਂ 3 ਗੱਲਾਂ ਨੇ। ਜੇਕਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਧਾਰ ਲੈਂਦਾ ਹੈ ਤਾਂ ਉਹ ਕਦੇ ਵੀ ਮੁਸ਼ਕਲ ਵਿੱਚ ਨਹੀਂ ਪੈਂਦਾ, ਤੇ ਜੇਕਰ ਮੁਸ਼ਕਲ ਵਿੱਚ ਪੈ ਵੀ ਜਾਵੇ ਤਾਂ ਉੱਥੋਂ ਬੜੀ ਛੇਤੀ ਨਿਕਲ ਜਾਂਦਾ ਹੈ। ਗਿੱਧ ਕਹਿੰਦਾ ਹੈ, ਇਹ ਉਸ ਸਮੇਂ ਦੀ ਗੱਲ ਹੈ ਜਦ ਤੇਰਾ ਮੇਰਾ ਵਿਆਹ ਨਹੀਂ ਹੋਇਆ ਸੀ। ਇਸ ਦਰਖਤ ਤੇ ਮੈਂ ਇਕੱਲਾ ਰਿਹਾ ਕਰਦਾ ਸੀ ਤੇ ਮੇਰੇ ਕੁਝ ਹੋਰ ਸਾਥੀ ਰਿਹਾ ਕਰਦੇ ਸਨ। ਉਸ ਸਮੇਂ ਮੈਂ ਇਹ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਉਹੀ ਗੱਲ ਮੈਂ ਤੈਨੂੰ ਸੁਣਾਉਂਦਾ ਹਾਂ। ਗਿੱਧ ਕਹਿੰਦਾ ਹੈ ਕਿ ਇੱਕ ਸਮੇਂ ਦੀ ਗੱਲ ਹੈ ਕਿ ਕਿਸੇ ਨਗਰ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਹ ਬਹੁਤ ਹੀ ਗਰੀਬ ਸੀ। ਉਸਦੇ ਘਰ 'ਚ ਖਾਣ ਪੀਣ ਦਾ ਕੋਈ ਸਮਾਨ ਨਹੀਂ ਸੀ। ਉਸਦੇ ਕੋਲ ਪਾਉਣ ਲਈ ਢੰਗ ਦੇ ਕੱਪੜੇ ਵੀ ਨਹੀਂ ਸਨ। ਉਹਨਾਂ ਕੋਲ ਇੱਕ ਕੱਪੜਾ ਸੀ, ਉਸਨੂੰ ਉਹ ਉੱਪਰ ਲੈਂਦੇ ਸੀ। ਉਸਦੀ ਪਤਨੀ ਬਹੁਤੀ ਸੋਹਣੀ ਸੀ। ਉਹ ਆਪਣੀ ਪਤਨੀ ਨਾਲ ਬਹੁਤ ਪਿਆਰ ਕਰਦਾ ਸੀ। ਉਸਦੀ ਪਤਨੀ ਨੂੰ ਆਪਣੀ ਸੁੰਦਰਤਾ ਉੱਤੇ ਬਹੁਤ ਹੰਕਾਰ ਸੀ। ਆਪਣੇ ਇਸੇ ਹੰਕਾਰ ਕਰਕੇ ਆਪਣੇ ਘਰ ਵਿੱਚ ਮਨਮਾਨੀ ਕਰਿਆ ਕਰਦੀ ਸੀ। ਦੋਸਤੋ, ਔਰਤਾਂ 'ਚ ਇਹ ਗੁਣ ਖਾਸ ਹੁੰਦਾ ਹੈ ਕਿ ਜੇਕਰ ਉਹ ਜ਼ਿਆਦਾ ਸੋਹਣੀ ਹੈ ਤੇ ਪਤੀ ਉਸਨੂੰ ਬਹੁਤ ਪਿਆਰ ਕਰਨ ਵਾਲਾ ਮਿਲਦਾ ਹੈ ਤਾਂ ਫਿਰ ਉਹ ਆਪਣੀ ਸੁੰਦਰਤਾ ਦਾ ਹੰਕਾਰ ਕਰਦੀ ਹੈ। ਉਸਦੇ ਅੰਦਰ ਬੇਕਾਰ ਦੇ ਨਖਰੇ ਵੱਜ ਜਾਂਦੇ ਹਨ। ਆਪਣੀ ਪਤਨੀ ਦੇ ਇੰਨੇ ਨਖਰੇ ਦੇਖ ਕੇ ਕਿਸਾਨ ਬਹੁਤ ਪਰੇਸ਼ਾਨ ਰਹਿਣ ਲੱਗਦਾ, ਕਿਉਂਕਿ ਹੁਣ ਉਸਦੀ ਪਤਨੀ ਉਸਦੇ ਨਾਲ ਗੱਲ-ਗੱਲ ਤੇ ਲੜਾਈ ਕਰਿਆ ਕਰਦੀ ਸੀ। ਇਸ ਤਰ੍ਹਾਂ ਉਸਦੇ ਘਰ ਵਿੱਚ ਹਰ ਰੋਜ਼ ਕਲੇਸ਼ ਹੋਣ ਲੱਗਿਆ। ਉਸਦੀ ਪਤਨੀ ਉਸਨੂੰ ਤਾਨੇ ਮਾਰਦੀ ਹੋਈ ਕਹਿੰਦੀ ਸੀ ਕਿ ਤੇਰੇ ਕੋਲ ਕੁਝ ਵੀ ਨਹੀਂ ਹੈ, ਤੂੰ ਤਾਂ ਕੰਗਾਲ ਹੈ। ਪਤਾ ਨਹੀਂ ਮੈਂ ਤੇਰੇ ਨਾਲ ਵਿਆਹ ਕਿਵੇਂ ਕਰ ਲਿਆ। ਇਸ ਘਰ 'ਚ ਨਾ ਤਾਂ ਪੀਣ ਲਈ ਪਾਣੀ ਹੈ, ਨਾ ਹੀ ਭੋਜਨ, ਨਾ ਹੀ ਕੋਈ ਚੀਜ਼ ਹੈ ਤੇ ਨਾ ਹੀ ਪਾਉਣ ਲਈ ਚੰਗੇ ਕੱਪੜੇ ਮਿਲਦੇ ਹਨ। ਕੁਝ ਵੀ ਤਾਂ ਨਹੀਂ ਹੈ, ਮੈਂ ਕਰਾਂ ਤਾਂ ਕੀ ਕਰਾਂ। ਆਪਣੀ ਪਤਨੀ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਉਸ ਕਿਸਾਨ ਨੂੰ ਬਹੁਤ ਬੁਰਾ ਲੱਗਦਾ ਹੈ ਤੇ ਉਹ ਦੁਖੀ ਹੋ ਜਾਂਦਾ ਹੈ, ਪਰ ਉਸਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਉਸਦੇ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਕਿਸਾਨ ਹਮੇਸ਼ਾ ਚਿੰਤਾ ਵਿੱਚ ਰਹਿੰਦਾ ਸੀ ਤੇ ਹੁਣ ਉਸਦਾ ਮਨ ਕਿਸੇ ਵੀ ਕੰਮ ਵਿੱਚ ਨਹੀਂ ਲੱਗਦਾ ਸੀ। ਦੋਸਤੋ, ਧਨ ਦੀ ਕਮੀ ਹੋਣ ਕਰਕੇ ਉਸਨੂੰ ਆਪਣਾ ਸਭ ਕੁਝ ਵੇਚਣਾ ਪੈ ਗਿਆ, ਪਰ ਫਿਰ ਵੀ ਉਸਦੀ ਗਰੀਬੀ 'ਚ ਕੋਈ ਸੁਧਾਰ ਨਹੀਂ ਆ ਰਿਹਾ ਸੀ, ਜਿਸ ਕਾਰਨ ਬਹੁਤ ਪਰੇਸ਼ਾਨ ਰਹਿੰਦਾ ਸੀ। ਇੱਕ ਦਿਨ ਦੀ ਗੱਲ ਹੈ, ਕਿਸਾਨ ਆਪਣੇ ਕਿਸੇ ਕੰਮ ਤੋਂ ਕਿਤੇ ਜਾ ਰਿਹਾ ਸੀ ਤਾਂ ਅਚਾਨਕ ਉਸਨੇ ਦੇਖਿਆ ਕਿ ਇੱਕ ਮਹਾਤਮਾ ਆਪਣੀ ਕੁਟੀਆ ਦੇ ਸਾਹਮਣੇ ਧਿਆਨ ਵਿੱਚ ਬੈਠੇ ਸਨ। ਤਾਂ ਕਿਸਾਨ ਆਪਣੇ ਮਨ 'ਚ ਕੁਝ ਵਿਚਾਰ ਕਰਦਾ ਹੈ ਕਿ ਸੋਚਦਾ ਹੈ ਕਿ ਮਹਾਤਮਾ ਜੀ ਮੈਨੂੰ ਕੋਈ ਗਿਆਨੀ ਪੁਰਸ਼ ਲੱਗਦੇ ਹਨ, ਕੋਈ ਪਹੁੰਚੇ ਹੋਏ ਸੰਤ ਲੱਗਦੇ ਹਨ। ਕਿਉਂ ਨਾ ਮੈਂ ਇਹਨਾਂ ਕੋਲ ਚੱਲ ਕੇ ਆਪਣੀ ਮੁਸ਼ਕਲ ਦੱਸਾਂ, ਤਾਂ ਹੋ ਸਕਦਾ ਹੈ ਕਿ ਮੇਰੀ ਮੁਸ਼ਕਲ ਦਾ ਮੈਨੂੰ ਕੋਈ ਨਾ ਕੋਈ ਹੱਲ ਜ਼ਰੂਰ ਦੇ ਦੇਣ। ਕੀ ਪਤਾ ਹੈ ਇਹ ਮਹਾਤਮਾ ਜੀ ਮੇਰੀ ਉਦਾਸ ਜ਼ਿੰਦਗੀ 'ਚ ਕੋਈ ਉਮੀਦ ਦੀ ਕਿਰਨ ਬਿਖੇਰ ਦੇਣ, ਮੈਨੂੰ ਉਹਨਾਂ ਮੁਸ਼ਕਲਾਂ ਤੋਂ ਆਜ਼ਾਦੀ ਦਿਵਾ ਦੇਣ। ਇੰਨਾ ਸੋਚ ਕੇ ਉਹ ਕਿਸਾਨ ਮਹਾਤਮਾ ਜੀ ਦੇ ਕੋਲ ਪਹੁੰਚ ਜਾਂਦਾ ਹੈ ਤੇ ਆਪਣੇ ਦੋਨੋਂ ਹੱਥਾਂ ਨੂੰ ਜੋੜ ਕੇ ਜ਼ੋਰ-ਜ਼ੋਰ ਦੀ ਰੋਣ ਲੱਗਦਾ ਹੈ। ਫਿਰ ਕੁਝ ਦੇਰ ਬਾਅਦ ਮਹਾਤਮਾ ਜੀ ਆਪਣੀਆਂ ਅੱਖਾਂ ਖੋਲ੍ਹਦੇ ਹਨ ਤੇ ਦੇਖਦੇ ਹਨ ਕਿ ਉਹਨਾਂ ਦੇ ਸਾਹਮਣੇ ਇੱਕ ਨੌਜਵਾਨ ਬੈਠਾ ਹੋਇਆ ਜੋ ਬਹੁਤ ਰੋ ਰਿਹਾ ਸੀ। ਮਹਾਤਮਾ ਜੀ ਉਸ ਕਿਸਾਨ ਨੂੰ ਕਹਿੰਦੇ ਹਨ, ਤੂੰ ਕੌਣ ਹੈ ਭਾਈ, ਤੇ ਇੱਥੇ ਕਿਉਂ ਆਇਆ ਹੈ ਤੇ ਇਸ ਤਰ੍ਹਾਂ ਕਿਉਂ ਰੋ ਰਿਹਾ ਹੈ। ਮਹਾਤਮਾ ਜੀ ਦੀ ਗੱਲ ਸੁਣ ਕੇ ਉਹ ਕਿਸਾਨ ਉਹਨਾਂ ਨੂੰ ਕਹਿੰਦਾ ਹੈ, ਮਹਾਤਮਾ ਜੀ, ਮੈਂ ਇਸ ਨਗਰ ਦਾ ਇੱਕ ਗਰੀਬ ਕਿਸਾਨ ਹਾਂ ਤੇ ਮੈਂ ਇਸੇ ਵਜ੍ਹਾ ਕਰਕੇ ਰੋ ਰਿਹਾ ਹਾਂ ਕਿਉਂਕਿ ਮੇਰੀ ਪਤਨੀ ਮੇਰੇ ਨਾਲ ਝਗੜਾ ਕਰਦੀ ਰਹਿੰਦੀ ਹੈ ਤੇ ਮੈਨੂੰ ਤਾਨੇ ਮਾਰਦੀ ਹੈ। ਮੈਂ ਬਹੁਤ ਮਿਹਨਤ ਕਰਦਾ ਹਾਂ ਪਰ ਫਿਰ ਵੀ ਥੋੜਾ ਜਿਹਾ ਧਨ ਕਮਾ ਪਾਉਂਦਾ ਹਾਂ
ਤੇ ਉਸੇ ਨਾਲ ਮੈਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹਾਂ। ਉਹ ਕਿਸਾਨ ਅੱਗੇ ਕਹਿੰਦਾ ਹੈ, ਮਹਾਤਮਾ ਜੀ ਤੁਸੀਂ ਮੈਨੂੰ ਕੋਈ ਇਸ ਤਰ੍ਹਾਂ ਦਾ ਉਪਾਅ ਦੱਸੋ ਜਾਂ ਮੈਂ ਇਸ ਤਰ੍ਹਾਂ ਕੀ ਕਰਾਂ ਜਿਸ ਤੋਂ ਬਾਅਦ ਮੇਰੀ ਘਰਵਾਲੀ ਮੇਰੇ ਨਾਲ ਝਗੜਾ ਨਾ ਕਰੇ ਤੇ ਮੈਂ ਬਹੁਤ ਜਲਦੀ ਧਨਵਾਨ ਬਣ ਜਾਵਾਂ। ਉਸ ਕਿਸਾਨ ਦੀ ਗੱਲ ਸੁਣ ਕੇ ਉਹ ਮਹਾਤਮਾ ਜੀ ਉਸ ਨੂੰ ਕਹਿੰਦੇ ਹਨ, ਬੇਟਾ ਤੂੰ ਪਹਿਲਾਂ ਰੋਣਾ ਬੰਦ ਕਰ। ਮੈਂ ਤੈਨੂੰ 3 ਗੱਲਾਂ ਬਾਰੇ ਦੱਸਾਂਗਾ ਜੋ ਹਰ ਪੁਰਸ਼ ਨੂੰ ਆਪਣੀ ਪਤਨੀ ਵਿੱਚ ਜ਼ਰੂਰ ਦੇਖਦੇ ਰਹਿਣਾ ਚਾਹੀਦਾ ਹੈ। ਜੇਕਰ ਕੋਈ ਵੀ ਪੁਰਸ਼ ਆਪਣੀ ਪਤਨੀ ਦੀਆਂ ਇਹਨਾਂ 3 ਗੱਲਾਂ ਨੂੰ ਦੇਖ ਲੈਂਦਾ ਹੈ ਤਾਂ ਉਸ ਵਿਅਕਤੀ ਨੂੰ ਧਨਵਾਨ ਬਣਨ ਤੋਂ ਕੋਈ ਵੀ ਨਹੀਂ ਰੋਕ ਸਕਦਾ, ਕਿਉਂਕਿ ਭਗਵਾਨ ਉਸ ਦੀ ਹੀ ਮਦਦ ਕਰਦਾ ਹੈ। ਮਹਾਤਮਾ ਜੀ ਦੀ ਗੱਲ ਸੁਣ ਕੇ ਕਿਸਾਨ ਨੂੰ ਕੁਝ ਧੀਰਜ ਮਿਲਦਾ ਹੈ। ਕਿਸਾਨ ਕਹਿੰਦਾ ਹੈ ਕਿ ਤੁਸੀਂ ਦੇਰ ਨਾ ਕਰਦੇ ਹੋਏ ਉਹਨਾਂ ਗੱਲਾਂ ਬਾਰੇ ਦੱਸੋ ਜੋ ਹਰੇਕ ਪੁਰਸ਼ ਨੂੰ ਮੰਨਣੀਆਂ ਚਾਹੀਦੀਆਂ ਹਨ। ਮੈਂ ਇਹਨਾਂ ਚੀਜ਼ਾਂ ਦੇ ਬਾਰੇ ਜਾਣਨ ਲਈ ਬਹੁਤ ਹੀ ਉਤਸੁਕ ਹਾਂ। ਤਾਂ ਮਹਾਤਮਾ ਜੀ ਉਸ ਕਿਸਾਨ ਨੂੰ ਕਹਿੰਦੇ ਹਨ, ਪੁੱਤ ਇੰਨੀ ਉਤਸੁਕਤਾ ਠੀਕ ਨਹੀਂ ਹੈ। ਮਨੁੱਖ ਨੂੰ ਹਮੇਸ਼ਾ ਧੀਰਜਵਾਨ ਬਣ ਕੇ ਰਹਿਣਾ ਚਾਹੀਦਾ ਹੈ। ਖੈਰ ਚਲੋ, ਹੁਣ ਮੈਂ ਤੁਹਾਨੂੰ ਇਹ 3 ਗੱਲਾਂ ਦੱਸਦਾ ਹਾਂ ਜੋ ਹਰੇਕ ਮਰਦ ਨੂੰ ਆਪਣੀ ਪਤਨੀ ਵਿੱਚ ਇਹ ਗੱਲਾਂ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ। ਪਰ ਮੈਂ ਤੈਨੂੰ ਇਹਨਾਂ 3 ਗੱਲਾਂ ਬਾਰੇ ਇੱਕ ਕਹਾਣੀ ਦੁਆਰਾ ਦੱਸਣ ਵਾਲਾ ਹਾਂ। ਮਹਾਤਮਾ ਜੀ ਉਸ ਕਿਸਾਨ ਨੂੰ ਕਹਿੰਦੇ ਹਨ ਕਿ ਕਿਸੇ ਨਗਰ ਵਿੱਚ ਇੱਕ ਸੇਠ ਰਿਹਾ ਕਰਦਾ ਸੀ। ਉਸ ਨਗਰ ਦਾ ਉਹ ਸਭ ਤੋਂ ਵੱਡਾ ਸੇਠ ਸੀ। ਉਹ ਸੇਠ ਤੇ ਉਸਦੀ ਪਤਨੀ 'ਚ ਆਪਸ ਵਿੱਚ ਬਹੁਤ ਪਿਆਰ ਸੀ। ਉਹ ਦੋਨੋਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹਨਾਂ ਦੇ ਘਰ ਵਿੱਚ ਕਦੇ ਵੀ ਲੜਾਈ ਝਗੜਾ ਨਹੀਂ ਹੁੰਦਾ ਸੀ। ਕਦੇ ਵੀ ਕਿਸੇ ਗੱਲ ਨੂੰ ਲੈ ਕੇ ਸੇਠ ਤੇ ਉਸਦੀ ਪਤਨੀ ਵਿੱਚ ਕੋਈ ਵੀ ਕਲੇਸ਼ ਨਹੀਂ ਹੁੰਦਾ ਸੀ। ਇਸ ਲਈ ਉਸਦੇ ਘਰ 'ਚ ਹਮੇਸ਼ਾ ਮਾਤਾ ਲక్ష్ਮੀ ਦਾ ਵਾਸ ਬਣਿਆ ਰਹਿੰਦਾ ਸੀ। ਉਸਨੂੰ ਆਪਣੇ ਵਪਾਰ 'ਚ ਕਈ ਗੁਣਾ ਸਫਲਤਾ ਮਿਲਦੀ ਸੀ। ਸੇਠ ਤੇ ਉਸਦੀ ਪਤਨੀ ਵਿੱਚ ਇੰਨਾ ਪਿਆਰ ਸੀ ਕਿ ਉਸਦੇ ਨੇੜੇ ਤੇੜੇ ਦੇ ਜਿੰਨੇ ਵੀ ਲੋਕ ਸੀ ਉਹਨਾਂ ਦੇ ਇਸ ਪਿਆਰ ਨੂੰ ਦੇਖ ਕੇ ਉਹ ਚਰਚਾ ਕਰਿਆ ਕਰਦੇ ਸਨ। ਕੁਝ ਲੋਕ ਤਾਂ ਉਹਨਾਂ ਦੇ ਪਿਆਰ ਨੂੰ ਦੇਖ ਕੇ ਸੜਨ ਲੱਗੇ ਸਨ। ਇਸ ਕਰਕੇ ਕੁਝ ਔਰਤਾਂ ਸੇਠ ਦੀ ਪਤਨੀ ਨਾਲ ਗੱਲ ਤੱਕ ਨਹੀਂ ਕਰਦੀਆਂ ਸਨ। ਤੁਸੀਂ ਇਹ ਤਾਂ ਜਾਣਦੇ ਹੀ ਹੋਵੋਗੇ ਕਿ ਇੱਕ ਔਰਤ ਦੂਜੀ ਔਰਤ ਦੇ ਕੰਮਾਂ ਤੋਂ ਹਮੇਸ਼ਾ ਸੜਦੀ ਰਹਿੰਦੀ ਹੈ। ਸੇਠ ਦੀ ਪਤਨੀ ਹਰ ਰੋਜ਼ ਸ਼ਾਮ ਦੇ ਸਮੇਂ ਆਪਣੇ ਘਰ ਦੀ ਛੱਤ ਉੱਪਰ ਇੱਕ ਦੀਵਾ ਜਗਾਇਆ ਕਰਦੀ ਸੀ, ਪਰ ਕੁਝ ਔਰਤਾਂ ਉਸ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੀਆਂ ਸਨ ਤੇ ਉਹ ਕਹਿੰਦੀਆਂ ਸਨ ਕਿ ਤੂੰ ਰੋਜ਼ਾਨਾ ਸ਼ਾਮ ਦੇ ਸਮੇਂ ਆਪਣੇ ਘਰ 'ਚ ਦੀਵਾ ਕਿਉਂ ਜਗਾਉਂਦੀ ਹੈ? ਇਸ ਤਰ੍ਹਾਂ ਕਰਨ ਨਾਲ ਤੈਨੂੰ ਕੀ ਮਿਲਦਾ ਹੈ? ਤੂੰ ਇਸ ਤਰ੍ਹਾਂ ਨਾ ਕਰਿਆ ਕਰ। ਪਰ ਸੇਠ ਦੀ ਪਤਨੀ ਕਿਸੇ ਦੀ ਗੱਲ ਤੇ ਧਿਆਨ ਨਹੀਂ ਦਿੰਦੀ ਸੀ। ਉਹ ਹਮੇਸ਼ਾ ਆਪਣੇ ਮਨ ਦੀ ਕਰਦੀ ਹੁੰਦੀ ਸੀ। ਇੱਥੋਂ ਤੱਕ ਕਿ ਉਹ ਆਪਣੇ ਪਤੀ ਦੀ ਵੀ ਕੋਈ ਗੱਲ ਨਹੀਂ ਮੰਨਦੀ ਸੀ ਤੇ ਹਮੇਸ਼ਾ ਆਪਣੀ ਹੀ ਚਲਾਉਂਦੀ ਰਹਿੰਦੀ ਸੀ। ਤੇ ਉਹ ਸੇਠ ਵੀ ਆਪਣੀ ਪਤਨੀ ਨੂੰ ਕਿਸੇ ਵੀ ਕੰਮ ਕਰਨ ਤੋਂ ਮਨਾ ਨਹੀਂ ਕਰਿਆ ਕਰਦਾ ਸੀ, ਕਿਉਂਕਿ ਉਹ ਸੇਠ ਬਹੁਤ ਹੀ ਬੁੱਧੀਮਾਨ ਸੀ। ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਆਪਣੀ ਪਤਨੀ ਨੂੰ ਕਿਸੇ ਵੀ ਕੰਮ ਕਰਨ ਤੋਂ ਮਨਾ ਕਰੇਗਾ ਤਾਂ ਪੱਕਾ ਹੀ ਉਹਨਾਂ ਦੋਵਾਂ ਵਿੱਚ ਲੜਾਈ ਝਗੜਾ ਵਧੇਗਾ ਤੇ ਘਰ 'ਚ ਕਲੇਸ਼ ਹੋਵੇਗਾ, ਜਿਸ ਦੀ ਵਜ੍ਹਾ ਨਾਲ ਉਸਦਾ ਧਿਆਨ ਚੰਗੀ ਤਰ੍ਹਾਂ ਵਪਾਰ ਵਿੱਚ ਨਹੀਂ ਲੱਗ ਸਕੇਗਾ ਤੇ ਵਪਾਰ 'ਚ ਘਾਟਾ ਹੋਣ ਲੱਗੇਗਾ। ਕਿਉਂਕਿ ਦੋਸਤੋ, ਜਿੱਥੇ ਕਲੇਸ਼ ਹੁੰਦਾ ਹੈ, ਲੜਾਈ ਝਗੜਾ ਹੁੰਦਾ ਹੈ, ਉੱਥੇ ਗਰੀਬੀ ਆਉਣ ਦਾ ਇਹੀ ਮੁੱਖ ਕਾਰਨ ਹੁੰਦਾ ਹੈ। ਪਰ ਸੇਠ ਇਹਨਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸਦੇ ਖੁਸ਼ਹਾਲ ਹੋਣ ਦਾ ਕੀ ਕਾਰਨ ਹੈ। ਉਹ ਸੇਠ ਆਪਣੀ ਘਰਵਾਲੀ ਨੂੰ ਛੱਡਣਾ ਵੀ ਨਹੀਂ ਚਾਹੁੰਦਾ ਸੀ, ਕਿਉਂਕਿ ਉਹ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ। ਪਰ ਉਸਦੀ ਪਤਨੀ ਉਸਨੂੰ ਜ਼ਿਆਦਾ ਪਿਆਰ ਨਹੀਂ ਕਰਦੀ ਸੀ, ਬਲਕਿ ਉਸ ਸੇਠ ਦੇ ਸਾਹਮਣੇ ਦਿਖਾਵਾ ਮਾਤਰ ਹੀ ਪਿਆਰ ਕਰਦੀ ਸੀ ਤੇ ਆਪਣੇ ਪਤੀ ਤੋਂ ਨਾਰਾਜ਼ ਵੀ ਹੋ ਜਾਂਦੀ ਸੀ। ਪਰ ਕਿਸੇ ਨਾ ਕਿਸੇ ਤਰ੍ਹਾਂ ਸੇਠ ਆਪਣੀ ਘਰਵਾਲੀ ਨੂੰ ਮਨਾ ਹੀ ਲੈਂਦਾ ਸੀ। ਇਸ ਤਰ੍ਹਾਂ ਉਹਨਾਂ ਦੇ ਦਿਨ ਗੁਜ਼ਰ ਰਹੇ ਸਨ ਤੇ ਉਹ ਸੇਠ ਆਪਣੀ ਪਤਨੀ ਦੇ ਨਾਲ ਖੁਸ਼ੀ-ਖੁਸ਼ੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਹੌਲੀ-ਹੌਲੀ ਸਮਾਂ ਗੁਜ਼ਰਦਾ ਹੈ। ਨਗਰ ਵਾਲਿਆਂ ਨੂੰ ਇਹ ਪਤਾ ਸੀ ਕਿ ਸੇਠ ਤੇ ਉਸਦੀ ਪਤਨੀ ਵਿੱਚ ਬਹੁਤ ਪਿਆਰ ਹੈ। ਹੌਲੀ-ਹੌਲੀ ਉਹਨਾਂ ਦੋਨਾਂ ਦੇ ਪਿਆਰ ਦੀ ਗੱਲ ਪੂਰੇ ਨਗਰ ਵਿੱਚ ਫੈਲ ਜਾਂਦੀ ਹੈ। ਹੁਣ ਤਾਂ ਉਸ ਨਗਰ ਦੇ ਸਾਰੇ ਲੋਕ ਉਸ ਸੇਠ ਤੇ ਉਸਦੀ ਪਤਨੀ ਦੇ ਪਿਆਰ ਦੀ ਉਦਾਹਰਨ ਦੇਣ ਲੱਗੇ। ਕਹਿੰਦੇ ਹਨ ਕਿ ਪਿਆਰ ਹੋਵੇ ਤਾਂ ਸੇਠ ਅਤੇ ਉਸਦੀ ਪਤਨੀ ਵਰਗਾ। ਦੋਸਤੋ, ਜਦੋਂ ਇਹ ਗੱਲ ਉਸ ਨਗਰ ਦੇ ਰਾਜਾ ਨੂੰ ਪਤਾ ਲੱਗੀ ਕਿ ਸੇਠ ਤੇ ਉਸਦੀ ਪਤਨੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਨ ਤਾਂ ਉਸਨੇ ਆਪਣੇ ਸੈਨਿਕਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਜਾਓ ਸੇਠ ਤੇ ਉਸਦੀ ਪਤਨੀ ਨੂੰ ਬੜੇ ਸਨਮਾਨ ਨਾਲ ਰਾਜ ਮਹਿਲ 'ਚ ਬੁਲਾ ਕੇ ਲਿਆਓ। ਅਸੀਂ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਹਾਂ। ਅਸੀਂ ਉਹਨਾਂ ਦੇ ਪਿਆਰ ਨੂੰ ਦੇਖ ਕੇ ਉਹਨਾਂ ਤੋਂ ਬਹੁਤ ਹੀ ਖੁਸ਼ ਹਾਂ, ਪਰ ਤੁਸੀਂ ਉਹਨਾਂ ਨੂੰ ਉੱਥੇ ਕੁਝ ਵੀ ਨਾ ਦੱਸਣਾ। ਰਾਜਾ ਦੀ ਆਗਿਆ ਪਾ ਕੇ ਉਸਦੇ ਕੁਝ ਸੈਨਿਕ ਉਸ ਸੇਠ ਦੇ ਘਰ ਜਾਂਦੇ ਹਨ
ਕਿ ਉਸਦੇ ਘਰ ਦਾ ਦਰਵਾਜ਼ਾ ਖੜਕਾਉਣ ਲੱਗਦੇ ਹਨ। ਫਿਰ ਕੁਝ ਦੇਰ ਬਾਅਦ ਸੇਠ ਆਪਣੇ ਘਰ ਦਾ ਦਰਵਾਜ਼ਾ ਖੋਲ੍ਹਦਾ ਹੈ ਤੇ ਉਹ ਦੇਖਦਾ ਹੈ ਕਿ ਉਸਦੇ ਸਾਹਮਣੇ ਰਾਜਾ ਦੇ ਸੈਨਿਕ ਖੜੇ ਸਨ। ਤਾਂ ਸੇਠ ਸੈਨਿਕਾਂ ਨੂੰ ਕਹਿੰਦਾ ਹੈ ਕਿ ਤੁਸੀਂ ਲੋਕ ਅੱਜ ਮੇਰੇ ਘਰ ਕਿਉਂ ਆਏ ਹੋ? ਫਿਰ ਉਹ ਸੈਨਿਕ ਕਹਿੰਦੇ ਹਨ ਕਿ ਚਲੋ, ਤੁਹਾਨੂੰ ਰਾਜਾ ਸਾਹਿਬ ਨੇ ਆਪਣੇ ਮਹਿਲ 'ਚ ਤੁਹਾਡੀ ਪਤਨੀ ਦੇ ਨਾਲ ਬੁਲਾਇਆ ਹੈ। ਰਾਜਾ ਦੀ ਗੱਲ ਭਲਾ ਸੇਠ ਕਿਵੇਂ ਟਾਲ ਸਕਦਾ ਸੀ? ਉਹ ਝਟਪਟ ਤਿਆਰ ਹੋਇਆ ਤੇ ਆਪਣੀ ਪਤਨੀ ਨਾਲ ਰਾਜਾ ਦੇ ਸੈਨਿਕਾਂ ਦੇ ਨਾਲ ਰਾਜ ਮਹਿਲ ਵਿੱਚ ਪਹੁੰਚ ਜਾਂਦਾ ਹੈ। ਰਾਜ ਮਹਿਲ ਵਿੱਚ ਪਹੁੰਚ ਕੇ ਰਾਜਾ ਉਸ ਸੇਠ ਤੇ ਉਸਦੀ ਪਤਨੀ ਦਾ ਚੰਗੀ ਤਰ੍ਹਾਂ ਆਦਰ ਸਤਿਕਾਰ ਕਰਦਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਥੋੜਾ ਜਿਹਾ ਧਨ ਦਿੰਦਾ ਹੈ, ਜਿਸ ਨੂੰ ਪਾ ਕੇ ਉਹ ਸੇਠ ਤੇ ਉਸਦੀ ਪਤਨੀ ਮਨ ਹੀ ਮਨ ਬਹੁਤ ਖੁਸ਼ ਹੋ ਜਾਂਦੇ ਹਨ। ਪੂਰਾ ਦਿਨ ਰਾਜ ਮਹਿਲ ਵਿੱਚ ਬਿਤਾਉਣ ਤੋਂ ਬਾਅਦ ਸ਼ਾਮ ਦੇ ਸਮੇਂ ਰਾਜਾ ਤੋਂ ਵਿਦਾ ਲੈ ਕੇ ਬੜੀ ਖੁਸ਼ੀ ਨਾਲ ਉਹ ਆਪਣੇ ਘਰ ਚਲੇ ਜਾਂਦੇ ਹਨ। ਉਸ ਤੋਂ ਬਾਅਦ ਉਸ ਨਗਰ ਦਾ ਰਾਜਾ ਪੂਰੇ ਨਗਰ 'ਚ ਐਲਾਨ ਕਰਾ ਦਿੰਦਾ ਹੈ ਕਿ ਅੱਜ ਰਾਤ ਨੂੰ ਪੂਰੇ ਨਗਰ ਦੇ ਸਾਰੇ ਲੋਕਾਂ ਦੇ ਘਰ 'ਚ ਸੇਠ ਤੇ ਉਸਦੀ ਪਤਨੀ ਵਿੱਚ ਇੰਨਾ ਪ੍ਰੇਮ ਹੋਣ ਕਾਰਨ ਦੀਵੇ ਜਗਾਏ ਜਾਣਗੇ, ਕਿਉਂਕਿ ਦੀਵਾ ਪ੍ਰੇਮ ਦਾ ਪ੍ਰਤੀਕ ਹੁੰਦਾ ਹੈ। ਜਿਵੇਂ ਦੀਵਾ ਤੇਲ ਤੇ ਬੱਤੀ ਮਿਲ ਕੇ ਪ੍ਰਕਾਸ਼ ਫੈਲਾਉਂਦੇ ਹਨ, ਘਰ ਨੂੰ ਰੋਸ਼ਨ ਕਰਦੇ ਹਨ, ਉਸੇ ਤਰ੍ਹਾਂ ਜਿਨ੍ਹਾਂ ਲੋਕਾਂ ਵਿੱਚ ਪਿਆਰ ਹੁੰਦਾ ਹੈ ਉਹਨਾਂ ਦੇ ਘਰ 'ਚ ਸੁੱਖ ਸ਼ਾਂਤੀ, ਧਨ ਲਕਸ਼ਮੀ ਦੇ ਵਿੱਚ ਵਾਧਾ ਹੁੰਦਾ ਹੈ। ਰਾਜਾ ਦੀ ਆਗਿਆ ਸੁਣ ਕੇ ਉਸ ਨਗਰ ਦੇ ਸਾਰੇ ਲੋਕਾਂ ਨੇ ਘਰਾਂ 'ਚ ਦੀਵੇ ਜਗਾਏ, ਪਰ ਉਸ ਨਗਰ ਦੇ ਸਾਰੇ ਘਰਾਂ ਦੇ ਦੀਵੇ ਥੋੜੀ ਹੀ ਦੇਰ ਬਾਅਦ ਬੁਝ ਵੀ ਜਾਂਦੇ ਸੀ। ਪਰ ਉਸ ਸੇਠ ਦੇ ਘਰ ਦਾ ਦੀਵਾ ਹਾਲੇ ਤੱਕ ਜਗ ਰਿਹਾ ਸੀ ਤੇ ਉਸ ਦਾ ਪ੍ਰਕਾਸ਼ ਦੂਰ ਦੂਰ ਤੱਕ ਫੈਲ ਰਿਹਾ ਸੀ। ਫਿਰ ਉਸ ਨਗਰ ਦੇ ਰਾਜਾ ਨੇ ਮਨ ਵਿੱਚ ਸੋਚਿਆ ਕਿ ਕਿਉਂ ਨਾ ਹੁਣ ਮੈਂ ਬਾਹਰ ਚੱਲ ਕੇ ਦੇਖਾਂ ਕਿ ਕਿਸ ਕਿਸ ਨੇ ਆਪਣੇ ਘਰ 'ਚ ਦੀਵੇ ਜਗਾਏ ਹਨ ਤੇ ਕਿਸ ਦਾ ਦੀਵਾ ਹਾਲੇ ਤੱਕ ਜਗ ਰਿਹਾ ਹੈ। ਇਸ ਤਰ੍ਹਾਂ ਦਾ ਵਿਚਾਰ ਮਨ ਵਿੱਚ ਕਰਕੇ ਰਾਜਾ ਆਪਣੇ ਮਹਿਲ ਦੀ ਛੱਤ ਤੇ ਖੜਾ ਹੋ ਜਾਂਦਾ ਹੈ ਤੇ ਨਗਰ ਵੱਲ ਵੇਖਦਾ ਹੈ। ਉਸਨੇ ਦੇਖਿਆ ਕਿ ਉਸ ਨਗਰ 'ਚ ਕਿਸੇ ਦੇ ਘਰ ਕੋਈ ਦੀਵਾ ਨਹੀਂ ਜਗ ਰਿਹਾ ਸੀ, ਪਰ ਉਸ ਸੇਠ ਦੇ ਘਰ ਦੀਵਾ ਹੱਲੇ ਵੀ ਜਗ ਰਿਹਾ ਸੀ। ਰਾਜਾ ਸੇਠ ਦੇ ਘਰ ਵੱਲ ਦੇਖ ਹੀ ਰਿਹਾ ਸੀ ਕਿ ਇੰਨੇ ਚੌਥੇ ਰਾਣੀ ਵੀ ਆ ਜਾਂਦੀ ਹੈ। ਤਾਂ ਰਾਜਾ ਰਾਣੀ ਨੂੰ ਕਹਿੰਦਾ ਹੈ ਕਿ ਰਾਣੀ, ਨਗਰ ਵੱਲ ਗੌਰ ਨਾਲ ਦੇਖੋ, ਨਗਰ ਦੇ ਸਾਰੇ ਘਰਾਂ 'ਚ ਕੋਈ ਵੀ ਦੀਵਾ ਹੱਲੇ ਤੱਕ ਨਹੀਂ ਜਗ ਰਿਹਾ, ਪਰ ਹੱਲੇ ਵੀ ਸੇਠ ਦੇ ਘਰ 'ਚ ਜਗਾਇਆ ਹੋਇਆ ਦੀਵਾ ਜਗ ਰਿਹਾ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਉਹ ਸੇਠ ਤੇ ਉਸਦੀ ਪਤਨੀ ਵਿੱਚ ਕਿੰਨਾ ਜ਼ਿਆਦਾ ਪਿਆਰ ਹੈ। ਉਹਨਾਂ ਦੋਨਾਂ ਦਾ ਆਪਸ 'ਚ ਇੰਨਾ ਜ਼ਿਆਦਾ ਪ੍ਰੇਮ ਹੋਣ ਦਾ ਕਾਰਨ ਇਹ ਦੀਵਾ ਹੀ ਹੈ। ਤੇ ਇਸ ਦੇ ਨਾਲ ਨਾਲ ਸੇਠ ਵੀ ਬੜਾ ਬੁੱਧੀਮਾਨ ਹੈ। ਉਹ ਜ਼ਰੂਰ ਬੜੀ ਸੂਝ-ਬੂਝ ਤੇ ਬੁੱਧੀਮਤਾ ਨਾਲ ਆਪਣੇ ਘਰ ਨੂੰ ਚਲਾਉਂਦਾ ਹੋਵੇਗਾ। ਪਰ ਰਾਣੀ ਰਾਜਾ ਦੀ ਗੱਲ ਨਾਲ ਸਹਿਮਤ ਨਹੀਂ ਹੁੰਦੀ। ਰਾਣੀ ਰਾਜਾ ਨੂੰ ਕਹਿੰਦੀ ਹੈ, ਹੇ ਮਹਾਰਾਜ, ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ। ਰਾਜਾ ਕਹਿੰਦਾ ਹੈ, ਕਿਉਂ? ਤਾਂ ਰਾਣੀ ਕਹਿੰਦੀ ਹੈ ਕਿ ਮੇਰੇ ਹਿਸਾਬ ਨਾਲ ਉਸਦੀ ਪਤਨੀ ਹੀ ਉਹਨਾਂ ਦੋਵਾਂ ਵਿੱਚ ਇੰਨਾ ਪਿਆਰ ਹੋਣ ਦਾ ਕਾਰਨ ਹੈ। ਇਸੇ ਗੱਲ ਨੂੰ ਲੈ ਕੇ ਰਾਜਾ ਤੇ ਰਾਣੀ ਵਿੱਚ ਕਾਫੀ ਦੇਰ ਤੱਕ ਬਹਿਸ ਹੁੰਦੀ ਰਹਿੰਦੀ ਹੈ। ਰਾਜਾ ਕਹਿੰਦਾ ਹੈ ਪੁਰਸ਼ ਜ਼ਿਆਦਾ ਸਮਝਦਾਰ ਹੁੰਦੇ ਹਨ ਤੇ ਰਾਣੀ ਕਹਿੰਦੀ ਹੈ ਕਿ ਔਰਤ ਜ਼ਿਆਦਾ ਸਮਝਦਾਰ ਹੁੰਦੀ ਹੈ। ਇਸ ਤਰ੍ਹਾਂ ਦੋਵਾਂ ਵਿੱਚ ਕਾਫੀ ਦੇਰ ਤੱਕ ਝਗੜਾ ਹੁੰਦਾ ਰਹਿੰਦਾ ਹੈ। ਰਾਜਾ ਤਾਂ ਸੇਠ ਦੀ ਪ੍ਰਸ਼ੰਸਾ ਕਰਦਾ ਹੈ ਤੇ ਰਾਣੀ ਸੇਠ ਦੀ ਪਤਨੀ ਦੀ। ਫਿਰ ਰਾਜਾ ਤੇ ਰਾਣੀ ਵਿੱਚ ਤਲਵਾਰਾਂ ਖਿੱਚ ਜਾਂਦੀਆਂ ਹਨ। ਰਾਜਾ ਰਾਣੀ ਦੋਨੋਂ ਲੜਨ ਲਈ ਤਿਆਰ ਹੋ ਜਾਂਦੇ ਹਨ ਤੇ ਲੜਾਈ ਕਰਦੇ ਕਰਦੇ ਦੋਵਾਂ ਨੂੰ ਸੱਟ ਵੀ ਲੱਗ ਜਾਂਦੀ ਹੈ। ਤਾਂ ਅਚਾਨਕ ਰਾਜਾ ਨੇ ਰਾਣੀ ਨੂੰ ਕਿਹਾ ਕਿ ਅਸੀਂ ਦੋਨੋਂ ਲੜਾਈ ਕਿਉਂ ਕਰ ਰਹੇ ਹਾਂ? ਕਿਉਂ ਨਾ ਅਸੀਂ ਉਸ ਸੇਠ ਤੇ ਉਸਦੀ ਪਤਨੀ ਦੀ ਪ੍ਰੀਖਿਆ ਲੈ ਕੇ ਦੇਖ ਲਈਏ, ਜਿਸ ਨਾਲ ਇਹ ਸਪਸ਼ਟ ਹੋ ਜਾਵੇਗਾ ਕਿ ਉਹਨਾਂ ਦੋਵਾਂ 'ਚ ਇੰਨਾ ਜ਼ਿਆਦਾ ਪਿਆਰ ਹੋਣ ਦਾ ਕਾਰਨ ਕੀ ਹੈ। ਇਸ ਤਰ੍ਹਾਂ ਰਾਜਾ ਦੀ ਗੱਲ ਰਾਣੀ ਵੀ ਮੰਨ ਲੈਂਦੀ ਹੈ। ਫਿਰ ਰਾਜਾ ਕਹਿੰਦਾ ਹੈ ਕਿ ਤੁਸੀਂ ਸੇਠ ਦੀ ਪਤਨੀ ਦੀ ਪ੍ਰੀਖਿਆ ਲੈ ਕੇ ਦੇਖ ਲਓ, ਤੇ ਉਸ ਤੋਂ ਪਹਿਲਾਂ ਮੈਂ ਸੇਠ ਦੀ ਪ੍ਰੀਖਿਆ ਲੈਣਾ ਚਾਹੁੰਦਾ ਹਾਂ ਤੇ ਦੇਖਣਾ ਚਾਹੁੰਦਾ ਹਾਂ ਕਿ ਸੇਠ ਦੀ ਵਜ੍ਹਾ ਨਾਲ ਹੀ ਉਸ ਘਰ ਵਿੱਚ ਲక్ష్ਮੀ ਦਾ ਵਾਸ ਹੈ। ਤਾਂ ਰਾਣੀ ਕਹਿੰਦੀ ਹੈ ਕਿ ਠੀਕ ਹੈ, ਪਹਿਲਾਂ ਤੁਸੀਂ ਉਸ ਸੇਠ ਦੀ ਪ੍ਰੀਖਿਆ ਲੈ ਕੇ ਦੇਖ ਲਓ। ਦੋਸਤੋ, ਫਿਰ ਰਾਜਾ ਸੈਨਿਕਾਂ ਨੂੰ ਬੁਲਾਉਂਦਾ ਹੈ ਤੇ ਕਹਿੰਦਾ ਹੈ ਕਿ ਜਾਓ, ਸੇਠ ਦੇ ਘਰ ਜਾ ਕੇ ਕਹਿਣਾ ਕਿ ਉਹ ਸੇਠ ਆਪਣੀ ਪਤਨੀ ਨੂੰ ਮਾਰ ਦੇਵੇ, ਤੇ ਜੇਕਰ ਉਹ ਆਪਣੀ ਪਤਨੀ ਨੂੰ ਮਾਰ ਦੇਵੇਗਾ ਤਾਂ ਉਸ ਦਾ ਵਿਆਹ ਰਾਜਾ ਆਪਣੀ ਰਾਣੀ ਦੇ ਨਾਲ ਕਰਵਾ ਦੇਵੇਗਾ ਤੇ ਰਾਜ ਦਾ ਸਿੰਘਾਸਨ ਵੀ ਦੇ ਦੇਵੇਗਾ। ਦੋਸਤੋ, ਰਾਜਾ ਦੀ ਆਗਿਆ ਲੈਣ ਤੋਂ ਬਾਅਦ ਸੈਨਿਕ ਸੇਠ ਦੇ ਘਰ ਪਹੁੰਚ ਜਾਂਦੇ ਹਨ। ਸੇਠ ਦੇ ਘਰ ਦਰਵਾਜ਼ਾ ਖੜਕਾਇਆ। ਉਸ ਦਿਨ ਸੇਠ ਦੀ ਪਤਨੀ ਕਿਤੇ ਬਾਹਰ ਗਈ ਹੋਈ ਸੀ ਤੇ ਘਰੇ ਉਹ ਇਕੱਲਾ ਸੇਠ ਹੀ ਮੌਜੂਦ ਸੀ। ਸੇਠ ਨੇ ਜਦ ਸੈਨਿਕਾਂ ਨੂੰ ਦੇਖਿਆ ਤੇ ਪੁੱਛਣ ਲੱਗਿਆ ਕਿ ਤੁਸੀਂ ਲੋਕ ਇੱਥੇ ਕਿਵੇਂ ਆਏ ਹੋ? ਤਾਂ ਸੈਨਿਕਾਂ ਨੇ ਰਾਜਾ ਦੀ ਦੱਸੀ ਸਾਰੀ ਗੱਲ ਸੇਠ ਨੂੰ ਦੱਸ ਦਿੱਤੀ।
ਇਹ ਸੁਣ ਕੇ ਸੇਠ ਬਹੁਤ ਹੀ ਗੁੱਸੇ ਵਿੱਚ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਖਬਰਦਾਰ, ਜੇ ਇਹੋ ਜਿਹੀ ਗੱਲ ਕਹੀ, ਜਾਓ ਤੇ ਜਾ ਕੇ ਰਾਜਾ ਸਾਹਿਬ ਨੂੰ ਕਹਿ ਦੇਣਾ ਕਿ ਮੈਂ ਆਪਣੀ ਪਤਨੀ ਦੇ ਨਾਲ ਇਸ ਤਰ੍ਹਾਂ ਹਰਗਿਜ਼ ਨਹੀਂ ਕਰ ਸਕਦਾ। ਮੈਂ ਆਪਣੀ ਪਤਨੀ ਨੂੰ ਕਦੇ ਨਹੀਂ ਮਾਰ ਸਕਦਾ, ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ। ਮੈਨੂੰ ਰਾਜ ਨਹੀਂ ਚਾਹੀਦਾ ਤੇ ਉਸ ਰਾਣੀ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ। ਮੇਰੇ ਜਿਉਂਦੇ ਜੀ ਮੇਰੀ ਪਤਨੀ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹਾਂ। ਤੁਸੀਂ ਇੱਥੇ ਜਾਓ ਤੇ ਮੇਰਾ ਸੁਨੇਹਾ ਜਾ ਕੇ ਰਾਜਾ ਨੂੰ ਸੁਣਾ ਦੇਣਾ ਕਿ ਚਾਹੇ ਮੇਰੀ ਜਾਨ ਹੀ ਕਿਉਂ ਨਾ ਚਲੀ ਜਾਵੇ, ਪਰ ਮੈਂ ਆਪਣੀ ਪਤਨੀ ਦੀ ਹੱਤਿਆ ਨਹੀਂ ਕਰ ਸਕਦਾ। ਦੋਸਤੋ, ਰਾਜਾ ਦੇ ਸੈਨਿਕ ਸੇਠ ਦੀ ਗੱਲ ਨੂੰ ਸੁਣ ਕੇ ਉੱਥੋਂ ਵਾਪਸ ਰਾਜਾ ਦੇ ਕੋਲ ਪਹੁੰਚ ਜਾਂਦੇ ਹਨ ਤੇ ਸਾਰਾ ਹਾਲ ਰਾਜਾ ਨੂੰ ਸੁਣਾਉਂਦੇ ਹਨ। ਤਾਂ ਰਾਜਾ ਰਾਣੀ ਨੂੰ ਕਹਿੰਦਾ ਹੈ ਕਿ ਦੇਖ ਲਿਆ ਰਾਣੀ, ਸੇਠ ਦਾ ਪਿਆਰ ਉਸਦੀ ਪਤਨੀ ਲਈ ਕਿੰਨਾ ਹੈ। ਉਹ ਸੇਠ ਆਪਣੀ ਪਤਨੀ ਨੂੰ ਕਿੰਨਾ ਪਿਆਰ ਕਰਦਾ ਹੈ। ਸੇਠ ਦੇ ਪਿਆਰ ਦੀ ਵਜ੍ਹਾ ਨਾਲ ਉਸ ਘਰ ਵਿੱਚ ਬਰਕਤ ਆ ਰਹੀ ਹੈ। ਉਸ ਘਰ 'ਚ ਲక్ష్ਮੀ ਦਾ ਵਾਸ ਹੈ। ਉਸ ਘਰ 'ਚ ਖੁਸ਼ੀਆਂ ਦਿਖਾਈ ਦੇ ਰਹੀਆਂ ਹਨ। ਤਾਂ ਰਾਣੀ ਕਹਿੰਦੀ ਹੈ, ਨਹੀਂ ਮਹਾਰਾਜ, ਇਹ ਸੱਚ ਨਹੀਂ ਹੋ ਸਕਦਾ। ਹੁਣ ਮੇਰੀ ਵਾਰੀ ਹੈ। ਹਾਲੇ ਤਾਂ ਤੁਸੀਂ ਉਸ ਸੇਠ ਦੀ ਜਾਂਚ ਕੀਤੀ ਹੈ, ਹੁਣ ਮੈਂ ਉਸ ਦੀ ਪਤਨੀ ਦੀ ਪ੍ਰੀਖਿਆ ਲਵਾਂਗੀ। ਰਾਜਾ ਕਹਿੰਦਾ ਹੈ ਕਿ ਠੀਕ ਹੈ ਰਾਣੀ ਸਾਹਿਬਾ, ਹੁਣ ਤੂੰ ਸੇਠ ਦੀ ਪਤਨੀ ਦੀ ਪ੍ਰੀਖਿਆ ਲੈ ਕੇ ਦੇਖ ਲੈ। ਦੋਸਤੋ, ਉਹ ਰਾਣੀ ਵੀ ਸੈਨਿਕਾਂ ਨੂੰ ਕਹਿੰਦੀ ਹੈ ਕਿ ਜਾਓ ਨਗਰ 'ਚ ਰਹਿਣ ਵਾਲੀ ਉਸ ਸੇਠ ਦੀ ਪਤਨੀ ਨੂੰ ਜਾ ਕੇ ਕਹਿਣਾ ਕਿ ਰਾਜਾ ਨੇ ਕਿਹਾ ਹੈ ਕਿ ਜੇਕਰ ਉਹ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੰਦੀ ਹੈ ਤਾਂ ਮੈਂ ਉਸਨੂੰ ਆਪਣੀ ਰਾਣੀ ਦੇ ਰੂਪ ਵਿੱਚ ਸਵੀਕਾਰ ਕਰ ਲਵਾਂਗਾ ਤੇ ਉਸਨੂੰ ਹਮੇਸ਼ਾ ਆਪਣੀ ਪਟਰਾਣੀ ਬਣਾ ਕੇ ਰੱਖਾਂਗਾ। ਰਾਣੀ ਦੀ ਆਗਿਆ ਪਾ ਕੇ ਸੈਨਿਕ ਉਸ ਸੇਠ ਦੇ ਘਰ ਵੱਲ ਚਲੇ ਜਾਂਦੇ ਹਨ ਤੇ ਉਸਦੇ ਘਰ ਪਹੁੰਚ ਕੇ ਕੀ ਦੇਖਦੇ ਹਨ ਕਿ ਸੇਠ ਦੀ ਪਤਨੀ ਉਸ ਸਮੇਂ ਪਾਣੀ ਲੈ ਕੇ ਆ ਰਹੀ ਸੀ। ਹੌਲੀ-ਹੌਲੀ ਜਦੋਂ ਸੈਨਿਕਾਂ ਕੋਲ ਪਹੁੰਚਦੀ ਹੈ ਤਾਂ ਸੈਨਿਕ ਸੇਠ ਦੀ ਪਤਨੀ ਨੂੰ ਕਹਿੰਦੇ ਹਨ ਕਿ ਰਾਜਾ ਸਾਹਿਬ ਨੇ ਆਦੇਸ਼ ਦਿੱਤਾ ਹੈ ਕਿ ਜੇਕਰ ਤੁਸੀਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹੋ ਤਾਂ ਰਾਜਾ ਸਾਹਿਬ ਤੇਰੇ ਨਾਲ ਵਿਆਹ ਕਰ ਲੈਣਗੇ ਤੇ ਤੈਨੂੰ ਆਪਣੀ ਪਟਰਾਣੀ ਬਣਾ ਕੇ ਰੱਖਣਗੇ। ਰਾਜਾ ਦੇ ਸੈਨਿਕਾਂ ਦੀ ਗੱਲ ਸੁਣ ਕੇ ਸੇਠ ਦੀ ਪਤਨੀ ਸੋਚਣਾ ਸ਼ੁਰੂ ਕਰ ਦਿੰਦੀ ਹੈ ਕਿ ਰਾਜਾ ਸਾਹਿਬ ਉਸ ਨਾਲ ਵਿਆਹ ਕਰਨ ਲਈ ਤਿਆਰ ਹਨ। ਇਹ ਤਾਂ ਬਹੁਤ ਚੰਗਾ ਹੈ, ਮੈਂ ਇੰਨੇ ਵੱਡੇ ਰਾਜ ਦੀ ਰਾਣੀ ਬਣ ਜਾਵਾਂਗੀ। ਫਿਰ ਸਾਰੇ ਲੋਕ ਮੇਰੇ ਇਸ਼ਾਰੇ ਤੇ ਨੱਚਿਆ ਕਰਨਗੇ। ਪਤੀ ਨੂੰ ਮਾਰਨਾ ਮੇਰੇ ਲਈ ਕਿਹੜੀ ਵੱਡੀ ਗੱਲ ਹੈ, ਮੈਂ ਅੱਜ ਹੀ ਆਪਣੇ ਪਤੀ ਨੂੰ ਮਾਰ ਦੇਵਾਂਗੀ। ਆਪਣੇ ਮਨ 'ਚ ਇੰਨਾ ਸੋਚ ਕਿ ਸੇਠ ਦੀ ਪਤਨੀ ਸੈਨਿਕਾਂ ਨੂੰ ਕਹਿੰਦੀ ਹੈ ਕਿ ਠੀਕ ਹੈ, ਮੈਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਨ ਲਈ ਬਿਲਕੁਲ ਤਿਆਰ ਹਾਂ। ਤਾਂ ਸੈਨਿਕ ਕਹਿੰਦੇ ਹਨ ਕਿ ਤੁਸੀਂ ਆਪਣੇ ਪਤੀ ਨੂੰ ਮਾਰ ਦਿਓਗੇ ਤਾਂ ਰਾਜਾ ਸਾਹਿਬ ਨੂੰ ਕਿਵੇਂ ਪਤਾ ਲੱਗੇਗਾ ਕਿ ਤੁਸੀਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦੋਸਤੋ, ਫਿਰ ਸੇਠ ਦੀ ਪਤਨੀ ਉਹਨਾਂ ਸੈਨਿਕਾਂ ਨੂੰ ਕਹਿੰਦੀ ਹੈ ਕਿ ਸ਼ਾਮ ਦੇ ਸਮੇਂ ਜੋ ਮੈਂ ਰੋਜ਼ਾਨਾ ਦੀਵਾ ਜਗਾ ਕੇ ਆਪਣੀ ਛੱਤ ਦੇ ਉੱਪਰ ਰੱਖਦੀ ਹਾਂ, ਉਸਦੇ ਥੋੜੀ ਦੇਰ ਬਾਅਦ ਮੈਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦੇਵਾਂਗੀ ਤੇ ਫਿਰ ਦੀਵਾ ਬੁਝਾ ਕੇ ਮੈਂ ਰਾਜਾ ਸਾਹਿਬ ਨੂੰ ਇਸ ਗੱਲ ਦਾ ਇਸ਼ਾਰਾ ਕਰ ਦੇਵਾਂਗੀ ਕਿ ਮੈਂ ਆਪਣੇ ਪਤੀ ਨੂੰ ਮਾਰ ਚੁੱਕੀ ਹਾਂ। ਸੇਠ ਦੀ ਪਤਨੀ ਦੀ ਗੱਲ ਸੁਣ ਕੇ ਰਾਜਾ ਦੇ ਸੈਨਿਕ ਉਸੇ ਵੇਲੇ ਰਾਜ ਮਹਿਲ ਵਿੱਚ ਵਾਪਸ ਆ ਜਾਂਦੇ ਹਨ ਤੇ ਰਾਜਾ ਨੂੰ ਕਹਿੰਦੇ ਹਨ ਕਿ ਸੇਠ ਦੀ ਪਤਨੀ ਤਾਂ ਆਪਣੇ ਪਤੀ ਨੂੰ ਜਾਨ ਤੋਂ ਮਾਰਨ ਲਈ ਤਿਆਰ ਹੈ। ਜਦ ਰਾਣੀ ਨੇ ਇਹ ਗੱਲ ਸੁਣੀ ਤੇ ਇਸ ਗੱਲ ਨੂੰ ਸੁਣ ਕੇ ਰਾਣੀ ਨੂੰ ਔਰਤ ਜਾਤ ਨਾਲ ਨਫ਼ਰਤ ਹੋਣ ਲੱਗਦੀ ਹੈ। ਉਸ ਨੂੰ ਆਪਣੇ ਆਪ ਤੇ ਬੜੀ ਸ਼ਰਮ ਆਉਂਦੀ ਹੈ। ਰਾਣੀ ਕਹਿਣ ਲੱਗੀ, ਸੇਠ ਦੀ ਪਤਨੀ ਰਾਜ ਸੁਖ ਪਾਉਣ ਦੇ ਚੱਕਰ 'ਚ ਇੰਨੀ ਜਲਦੀ ਆਪਣੇ ਰਿਸ਼ਤੇ ਨੂੰ ਭੁੱਲ ਜਾਵੇਗੀ, ਮੈਨੂੰ ਨਹੀਂ ਪਤਾ ਸੀ। ਦੋਸਤੋ, ਇੱਧਰ ਰਾਜਾ ਨੇ ਰਾਣੀ ਨੂੰ ਕਿਹਾ ਕਿ ਸਮਾਂ ਜ਼ਿਆਦਾ ਸੋਚਣ ਸਮਝਣ ਦਾ ਨਹੀਂ ਹੈ, ਸਾਨੂੰ ਸੇਠ ਦੀ ਜਾਨ ਬਚਾਉਣ ਲਈ ਕੁਝ ਕਰਨਾ ਚਾਹੀਦਾ ਹੈ, ਕਿਉਂਕਿ ਉਸਦੀ ਪਤਨੀ ਬਹੁਤ ਹੀ ਨਿਰਦਈ ਸੁਭਾਅ ਦੀ ਹੈ। ਉਹ ਨਿਸ਼ਚਿਤ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦੇਵੇਗੀ। ਅੱਜ ਸਾਡੀ ਵਜ੍ਹਾ ਨਾਲ ਸੇਠ ਦੀ ਜਾਨ ਸੰਕਟ 'ਚ ਹੈ। ਫਿਰ ਉਸੇ ਵੇਲੇ ਸੈਨਿਕਾਂ ਨੂੰ ਰਾਜਾ ਕਹਿੰਦਾ ਹੈ ਕਿ ਜਲਦੀ ਜਾਓ ਤੇ ਸੇਠ ਦੀ ਪਤਨੀ ਨੂੰ ਕਹਿ ਦੇਣਾ ਕਿ ਉਹ ਸੇਠ ਨੂੰ ਨਾ ਮਾਰੇ। ਇਹੀ ਰਾਜਾ ਦਾ ਆਦੇਸ਼ ਹੈ। ਸੈਨਿਕ ਉੱਥੋਂ ਭੱਜਦੇ ਹੋਏ ਸੇਠ ਦੇ ਘਰ ਪਹੁੰਚਦੇ ਹਨ। ਉੱਥੇ ਪਹੁੰਚ ਕੇ ਦੇਖਦੇ ਹਨ ਕਿ ਉਸ ਸੇਠ ਦੀ ਪਤਨੀ ਨੇ ਆਪਣੇ ਪਤੀ ਨੂੰ ਦਿਨ ਦੇ ਸਮੇਂ ਹੀ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਹ ਦ੍ਰਿਸ਼ ਦੇਖ ਕੇ ਸਾਰੇ ਸੈਨਿਕ ਹੈਰਾਨ ਹੋ ਜਾਂਦੇ ਹਨ। ਉਹ ਸੇਠ ਦੀ ਪਤਨੀ ਨੂੰ ਡਰਾਉਂਦੇ ਹੋਏ ਕਹਿੰਦੇ ਹਨ ਕਿ ਤੂੰ ਤਾਂ ਸਾਨੂੰ ਕਿਹਾ ਸੀ ਕਿ ਤੂੰ ਸੇਠ ਨੂੰ ਰਾਤ ਨੂੰ ਮੌਤ ਦੇ ਘਾਟ ਉਤਾਰ ਦੇਵੇਂਗੀ, ਪਰ ਤੂੰ ਤਾਂ ਸੇਠ ਨੂੰ ਦਿਨ 'ਚ ਹੀ ਕਿਉਂ ਮਾਰ ਦਿੱਤਾ। ਸੈਨਿਕਾਂ ਦੀ ਗੱਲ ਸੁਣ ਕੇ ਉਹ ਸੇਠ ਦੀ ਪਤਨੀ ਉਹਨਾਂ ਨੂੰ ਕਹਿੰਦੀ ਹੈ, ਮੈਂ ਤਾਂ ਆਪਣੇ ਪਤੀ ਨੂੰ ਮਾਰਨਾ ਹੀ ਸੀ ਤੇ ਮੈਂ ਇਸ ਨੂੰ ਪਹਿਲਾਂ ਹੀ ਮਾਰ ਦੇਣਾ ਚਾਹੁੰਦੀ ਸੀ, ਪਰ ਕੋਈ ਸਹੀ ਮੌਕਾ ਨਹੀਂ ਮਿਲ ਰਿਹਾ ਸੀ, ਇਸ ਲਈ ਮੈਂ ਆਪਣੇ ਪਤੀ ਨੂੰ ਕਦੇ ਮਾਰ ਨਾ ਸਕੀ।
ਅੱਜ ਮੈਂ ਸੋਚਿਆ ਕਿ ਰਾਜਾ ਦੀ ਆਗਿਆ ਹੈ ਤਾਂ ਮੈਨੂੰ ਕਿਸੇ ਗੱਲ ਦਾ ਡਰ ਨਹੀਂ ਹੈ। ਇਸ ਲਈ ਮੈਂ ਰਾਤ ਦਾ ਇੰਤਜ਼ਾਰ ਕਰਨਾ ਸਹੀ ਨਹੀਂ ਸਮਝਿਆ ਤੇ ਦਿਨ 'ਚ ਹੀ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੈਂ ਸੋਚਿਆ ਕਿ ਸ਼ਾਮ ਹੋਣ ਤੇ ਮੈਂ ਦੀਵਾ ਬੁਝਾ ਦੇਵਾਂਗੀ। ਸੇਠ ਦੀ ਪਤਨੀ ਕਹਿੰਦੀ ਹੈ ਕਿ ਮੈਂ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ ਕਿ ਹੁਣ ਰਾਜਾ ਸਾਹਿਬ ਮੈਨੂੰ ਆਪਣੀ ਰਾਣੀ ਬਣਾਉਣਗੇ। ਸੈਨਿਕਾਂ ਨੇ ਕਿਹਾ, ਇਹ ਤਾਂ ਤੁਸੀਂ ਖੁਦ ਚੱਲ ਕੇ ਰਾਜਾ ਸਾਹਿਬ ਤੋਂ ਹੀ ਪੁੱਛ ਲਓ। ਦੋਸਤੋ, ਫਿਰ ਸੇਠ ਦੀ ਪਤਨੀ ਤੇ ਸੈਨਿਕ ਰਾਜ ਮਹਿਲ ਵਿੱਚ ਆਉਂਦੇ ਹਨ। ਸੈਨਿਕ ਰਾਜਾ ਨੂੰ ਸਾਰੀ ਗੱਲ ਦੱਸਦੇ ਹਨ, ਜਿਸ ਨੂੰ ਸੁਣਨ ਤੋਂ ਬਾਅਦ ਰਾਜਾ ਬਹੁਤ ਗੁੱਸੇ ਹੋ ਜਾਂਦਾ ਹੈ ਤੇ ਸੇਠ ਦੀ ਪਤਨੀ ਨੂੰ ਬੰਦੀ ਬਣਾ ਕੇ ਜੇਲ੍ਹ ਵਿੱਚ ਸੁੱਟ ਦਿੰਦਾ ਹੈ। ਇਸ ਤਰ੍ਹਾਂ ਰਾਜਾ ਆਪਣੀ ਪਤਨੀ ਰਾਣੀ ਤੇ ਵੀ ਗੁੱਸਾ ਦਿਖਾਉਂਦਾ ਹੈ ਤੇ ਕਹਿੰਦਾ ਹੈ ਕਿ ਤੇਰੀ ਵਜ੍ਹਾ ਨਾਲ ਉਸ ਸੇਠ ਦੀ ਜਾਨ ਚਲੀ ਗਈ ਹੈ। ਜੇਕਰ ਅਸੀਂ ਲੜਾਈ ਨਾ ਕਰਦੇ, ਆਪਸ 'ਚ ਬਹਿਸ ਨਾ ਕਰਦੇ ਤਾਂ ਸ਼ਾਇਦ ਉਸ ਸੇਠ ਦੀ ਜਾਨ ਨਾ ਜਾਂਦੀ। ਦੋਸਤੋ, ਉਹ ਰਾਣੀ ਬਹੁਤ ਹੀ ਦੁਖੀ ਹੋ ਜਾਂਦੀ ਹੈ ਤੇ ਆਪਣੇ ਆਪ ਨੂੰ ਕੋਸਣ ਲੱਗਦੀ ਹੈ। ਇਸ ਤੋਂ ਬਾਅਦ ਰਾਣੀ ਨੂੰ ਔਰਤ ਜਾਤ ਨਾਲ ਨਫ਼ਰਤ ਹੋ ਜਾਂਦੀ ਹੈ। ਕਹਿੰਦੀ ਹੈ, ਇਹੋ ਜਿਹੀ ਔਰਤ ਦੀ ਵਜ੍ਹਾ ਨਾਲ ਸਾਰੀ ਔਰਤ ਜਾਤ ਤੇ ਉਂਗਲ ਉੱਠਦੀ ਹੈ ਕਿ ਔਰਤ ਜਾਤ ਧੋਖੇਬਾਜ਼ ਹੁੰਦੀ ਹੈ। ਇਹ ਸੋਚ ਕੇ ਰਾਣੀ ਬਹੁਤ ਹੀ ਦੁਖੀ ਰਹਿਣ ਲੱਗਦੀ ਹੈ। ਉਧਰ ਮਹਾਤਮਾ ਉਸ ਕਿਸਾਨ ਨੂੰ ਕਹਿੰਦੇ ਹਨ ਕਿ ਪੁੱਤ ਚੱਲ ਹੁਣ ਮੈਂ ਤੈਨੂੰ ਉਹਨਾਂ 5 ਗੱਲਾਂ ਬਾਰੇ ਦੱਸਦਾ ਹਾਂ ਜੋ ਹਰੇਕ ਮਰਦ ਨੂੰ ਆਪਣੀ ਪਤਨੀ ਵਿੱਚ ਜ਼ਰੂਰ ਦੇਖਣੀਆਂ ਚਾਹੀਦੀਆਂ ਹਨ ਤੇ ਜਿਸ ਨੂੰ ਦੇਖਣ ਤੋਂ ਬਾਅਦ ਉਹ ਘਰ ਕਦੇ ਗਰੀਬੀ ਕੰਗਾਲੀ 'ਚ ਨਹੀਂ ਰਹਿੰਦਾ, ਉਸ ਘਰ 'ਚ ਕਦੇ ਲੜਾਈ ਨਹੀਂ ਹੁੰਦੀ ਤੇ ਘਰ 'ਚ ਲక్ష్ਮੀ ਦਾ ਵਾਸ ਹੁੰਦਾ ਹੈ। ਨੰਬਰ 1, ਪਤਨੀ ਦੀ ਪਹਿਲੀ ਗੱਲ ਪੁਰਸ਼ ਨੂੰ ਇਹ ਦੇਖਣੀ ਚਾਹੀਦੀ ਹੈ ਕਿ ਉਹ ਕਿੱਥੇ ਆ ਜਾ ਰਹੀ ਹੈ। ਦੋਸਤੋ, ਜੋ ਪੁਰਸ਼ ਆਪਣੀ ਔਰਤ ਦੀ ਇਹ ਗੱਲ ਦੇਖਦਾ ਹੈ ਕਿ ਪਤਨੀ ਕਿੱਥੇ ਆ ਰਹੀ ਹੈ ਤੇ ਕਿੱਥੇ ਜਾ ਰਹੀ ਹੈ ਤਾਂ ਉਸਦੇ ਘਰ 'ਚ ਕਦੇ ਲੜਾਈ ਝਗੜਾ ਨਹੀਂ ਹੁੰਦਾ ਤੇ ਉਹ ਪਤਨੀ ਤੇ ਕੰਟਰੋਲ ਕਰ ਸਕਦਾ ਹੈ। ਨੰਬਰ 2, ਹਰ ਪੁਰਸ਼ ਨੂੰ ਆਪਣੀ ਪਤਨੀ ਦੇ ਅੰਦਰ ਇਹ ਗੱਲ ਦੇਖਣੀ ਚਾਹੀਦੀ ਹੈ ਕਿ ਉਸਦੀ ਪਤਨੀ ਦੇ ਬੋਲ ਚਾਲ ਕਿਹੋ ਜਿਹੇ ਹਨ। ਉਹ ਆਪਣੇ ਪਤੀ ਦੀ ਇੱਜ਼ਤ ਕਰ ਰਹੀ ਹੈ ਜਾਂ ਨਹੀਂ। ਜੋ ਔਰਤ ਆਪਣੇ ਮਰਦ ਦੀ ਗੱਲ ਨਹੀਂ ਮੰਨਦੀ, ਉਹ ਆਪਣੇ ਪਤੀ ਦੀ ਇੱਜ਼ਤ ਨਹੀਂ ਕਰਦੀ ਹੈ। ਉਹ ਆਪਣੇ ਪਤੀ ਦੇ ਨਾਲ ਕੁਝ ਵੀ ਕਰ ਸਕਦੀ ਹੈ, ਜਿਵੇਂ ਕਿ ਉਸ ਸਠਾਣੀ ਨੇ ਸੇਠ ਨਾਲ ਕੀਤਾ। ਇਸ ਲਈ ਹਰ ਮਰਦ ਨੂੰ ਆਪਣੀ ਪਤਨੀ ਦੀ ਇਹ ਗੱਲ ਦੇਖਣੀ ਚਾਹੀਦੀ ਹੈ। ਹਰ ਪੁਰਸ਼ ਨੂੰ ਪਤਨੀ ਦੇ ਚਾਲ ਚੱਲਣ ਜ਼ਰੂਰ ਦੇਖਣੇ ਚਾਹੀਦੇ ਹਨ। ਦੋਸਤੋ, ਜੋ ਪੁਰਸ਼ ਆਪਣੀ ਪਤਨੀ ਦਾ ਚਾਲ ਚੱਲਣ ਦੇਖਦਾ ਹੈ ਤੇ ਉਸ ਨਾਲ ਜ਼ਿਆਦਾ ਪਿਆਰ ਨਹੀਂ ਕਰਦਾ, ਉਸ ਨੂੰ ਆਪਣੇ ਕੰਟਰੋਲ ਵਿੱਚ ਕਰਕੇ ਰੱਖਦਾ ਹੈ ਤਾਂ ਉਸਦੇ ਘਰ 'ਚ ਲੜਾਈ ਝਗੜਾ ਕਦੇ ਨਹੀਂ ਹੁੰਦਾ। ਦੋਸਤੋ, ਜੋ ਔਰਤ ਆਪਣੇ ਘਰ 'ਚ ਮਨਮਾਨੀ ਚਲਾਉਂਦੀ ਹੈ ਤੇ ਪਤੀ ਦੀਆਂ ਗੱਲਾਂ ਨੂੰ ਨਹੀਂ ਮੰਨਦੀ, ਉਹਨਾਂ ਦੇ ਘਰ 'ਚ ਇਸ ਤਰੀਕੇ ਦੀ ਮੁਸੀਬਤ ਆਉਂਦੀ ਹੈ। ਮਹਾਤਮਾ ਜੀ ਉਸ ਕਿਸਾਨ ਨੂੰ ਕਹਿੰਦੇ ਹਨ, ਪੁੱਤ, ਜੋ ਵੀ ਪੁਰਸ਼, ਜੋ ਵੀ ਮਨੁੱਖ ਆਪਣੀ ਪਤਨੀ ਦੀਆਂ ਇਹ 3 ਗੱਲਾਂ ਗੌਰ ਨਾਲ ਦੇਖਦਾ ਹੈ ਤਾਂ ਉਸਦੇ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਉਸਦੀ ਔਰਤ ਵੀ ਚਰਿੱਤਰਹੀਣ ਨਹੀਂ ਹੁੰਦੀ ਤੇ ਉਹ ਬੁਰੇ ਕੰਮਾਂ ਤੋਂ ਬਚੀ ਰਹਿੰਦੀ ਹੈ। ਅਰਥਾਤ ਇਸ ਕਾਰਨ ਕਦੇ ਆਪਸ ਵਿੱਚ ਪਤੀ ਪਤਨੀ ਦਾ ਝਗੜਾ ਨਹੀਂ ਹੁੰਦਾ। ਤੇ ਇਹ ਤਾਂ ਪੁੱਤ ਤੂੰ ਜਾਣਦਾ ਹੀ ਹੈ ਕਿ ਜਿੱਥੇ ਝਗੜਾ ਹੁੰਦਾ ਹੈ, ਜਿਸ ਘਰ ਵਿੱਚ ਕਲੇਸ਼ ਨਹੀਂ ਹੁੰਦਾ, ਜਿਸ ਪਤੀ ਪਤਨੀ ਵਿੱਚ ਬਹੁਤ ਜ਼ਿਆਦਾ ਪਿਆਰ ਹੁੰਦਾ ਹੈ, ਉਸ ਘਰ ਵਿੱਚ ਖੁਸ਼ੀਆਂ ਆਉਂਦੀਆਂ ਹਨ, ਉਸੇ ਘਰ ਵਿੱਚ ਲక్ష్ਮੀ ਦਾ ਵਾਸ ਹੁੰਦਾ ਹੈ। ਮੇਰੇ ਕਹਿਣ ਦਾ ਮਤਲਬ ਹੈ, ਜੋ ਪਤੀ ਆਪਣੀ ਔਰਤ ਦੀ ਗੱਲ ਨੂੰ ਮੰਨ ਲੈਂਦਾ ਹੈ, ਚਾਹੇ ਉਹ ਗਲਤ ਕਰੇ ਜਾਂ ਨਾ ਕਰੇ, ਗਲਤ ਵੀ ਕਰ ਰਹੀ ਹੈ ਤਾਂ ਵੀ ਮੰਨ ਲੈਂਦਾ ਹੈ, ਉਸ ਨੂੰ ਕੁਝ ਨਹੀਂ ਕਹਿੰਦਾ, ਉਸਦਾ ਵੀ ਇਹੀ ਹਾਲ ਹੁੰਦਾ ਹੈ ਜੋ ਸੇਠ ਦਾ ਹੋਇਆ ਸੀ। ਇੱਧਰ ਗਿੱਧ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਔਰਤ ਦੀਆਂ ਇਹਨਾਂ 3 ਗੱਲਾਂ ਨੂੰ ਪੁਰਸ਼ ਨੂੰ ਦੇਖਦੇ ਰਹਿਣਾ ਚਾਹੀਦਾ ਹੈ। ਗਿੱਧ ਦੀ ਗੱਲ ਸੁਣ ਕੇ ਉਸਦੀ ਪਤਨੀ ਬੋਲੀ, ਹੁਣ ਮੈਂ ਸਮਝ ਗਈ ਕਿ ਤੁਸੀਂ ਮੈਨੂੰ ਇੰਨਾ ਪਿਆਰ ਕਿਉਂ ਕਰਦੇ ਹੋ, ਕਿਉਂ ਹਰ ਸਮੇਂ ਮੇਰੀ ਦੇਖਭਾਲ ਕਰਦੇ ਰਹਿੰਦੇ ਹੋ। ਮੈਨੂੰ ਤੁਹਾਡੀ ਕਹਾਣੀ ਤੋਂ ਬਹੁਤ ਚੰਗੀ ਸਿੱਖਿਆ ਮਿਲੀ ਹੈ। ਮੈਂ ਇਸ ਕਹਾਣੀ ਨੂੰ ਆਪਣੀ ਜ਼ਿੰਦਗੀ 'ਚ ਜ਼ਰੂਰ ਅਮਲ 'ਚ ਲਿਆਵਾਂਗੀ। ਦੋਸਤੋ, ਇਸ ਤਰ੍ਹਾਂ ਗਿੱਧ ਤੇ ਉਸਦੀ ਪਤਨੀ ਦੀ ਕਹਾਣੀ ਖਤਮ ਕਰਦੇ ਹਨ। ਉਧਰ ਕਿਸਾਨ ਵੀ ਮਹਾਤਮਾ ਦੀ ਗੱਲ ਸੁਣ ਕੇ ਆਪਣੇ ਘਰ ਵਾਪਸ ਆ ਜਾਂਦਾ ਹੈ ਤੇ ਉਸੇ ਤਰ੍ਹਾਂ ਚੱਲਦਾ ਹੈ ਜਿਵੇਂ ਮਹਾਤਮਾ ਜੀ ਨੇ ਦੱਸਿਆ। ਹੌਲੀ ਹੌਲੀ ਉਹਨਾਂ ਦੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਪਿਆਰ ਵਾਪਸ ਆ ਜਾਂਦਾ ਹੈ। ਦੋਸਤੋ, ਸਾਡੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇਕਰ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ। ਮਿਲਦੇ ਹਾਂ ਅਗਲੀ ਵੀਡੀਓ 'ਚ, ਤਦ ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।